ਬੱਚਿਓ, ਤੁਸੀਂ ਸਾਰਿਆਂ ਨੇ ਚੁੰਬਕ ਬਾਰੇ ਸੁਣਿਆ ਹੋਇਆ ਹੈ। ਤੁਹਾਨੂੰ ਸਭ ਨੂੰ ਚੁੰਬਕ ਦਾ ਉਹ ਗੁਣ ਜਿਹਦੇ ਨਾਲ ਉਹ ਲੋਹੇ ਨੂੰ ਆਪਣੇ ਵੱਲ ਖਿੱਚਦਾ ਹੈ, ਉਸ ਬਾਰੇ ਪਤਾ ਹੈ। ਚੁੰਬਕ ਆਮ ਘਰਾਂ ਵਿੱਚ ਰੇਡੀਓ, ਟੈਲੀਵਿਜ਼ਨ, ਘੜੀਆਂ ਜਾਂ ਤੁਹਾਡੇ ਟੁਆਇਜ਼ ਉਹਨਾਂ ਵਿੱਚ ਵਰਤਿਆ ਜਾਂਦਾ ਹੈ। ਕਿਸੇ ਵੀ ਚੀਜ਼ ਦਾ ਕਵਰ ਹੈ, ਫਾਈਲ ਕਵਰ ਹੈ, ਮੋਬਾਈਲ ਕਵਰ ਹੈ, ਉਸ ਦੇ ਵਿੱਚ ਵੀ ਚੁੰਬਕ ਦੀ ਵਰਤੋਂ ਹੁੰਦੀ ਹੈ। ਅੱਜ ਆਪਾਂ ਚੁੰਬਕ ਦੇ ਇੱਕ ਨਵੇਂ ਗੁਣ ਬਾਰੇ ਜਾਣਾਂਗੇ, ਜਿਸ ਦੇ ਲਈ ਇੱਕ ਕਿਰਿਆ ਕਰਾਂਗੇ। ਇਹ ਕਿਰਿਆ ਕਰਨ ਲਈ ਸਾਨੂੰ ਲੋਹੇ ਦੀਆਂ ਪਿੰਸ, ਲੋਹੇ ਦਾ ਬੁਰਾਦਾ ਅਤੇ ਇੱਕ ਛੜ ਚੁੰਬਕ ਦੀ ਜ਼ਰੂਰਤ ਪਏਗੀ। ਬੱਚਿਓ, ਸਭ ਤੋਂ ਪਹਿਲਾਂ ਅਸੀਂ ਇਹ ਕਿਰਿਆ ਲੋਹੇ ਦੀਆਂ ਪਿੰਸ ਨਾਲ ਕਰਾਂਗੇ। ਮੈਂ ਇਹਨਾਂ ਲੋਹੇ ਦੀਆਂ ਪਿੰਸ ਦੇ ਨੇੜੇ ਇਸ ਚੁੰਬਕ ਨੂੰ ਲੈ ਕੇ ਜਾਊਂਗੀ। ਤੁਸੀਂ ਸਾਰੇ ਦੇਖੋ ਕਿ ਇਹ ਲੋਹੇ ਦੀਆਂ ਪਿੰਸ ਚੁੰਬਕ ਨਾਲ ਜੁੜ ਗਈਆਂ। ਲੋਹੇ ਨੂੰ ਆਪਣੇ ਵੱਲ ਖਿੱਚਣਾ ਚੁੰਬਕ ਦਾ ਗੁਣ ਹੈ। ਪਰ ਧਿਆਨ ਨਾਲ ਦੇਖੋ ਤਾਂ ਤੁਸੀਂ ਦੇਖੋਗੇ ਕਿ ਇਹ ਲੋਹੇ ਦੀਆਂ ਪਿੰਸ ਸਿਰਫ ਸਿਰਿਆਂ ਨਾਲ ਵੱਧ ਜੁੜੀਆਂ ਹਨ। ਅੰਦਰ ਵਾਲੇ ਹਿੱਸੇ ਤੇ ਲੋਹੇ ਦੀਆਂ ਪਿੰਸ ਘੱਟ ਜੁੜੀਆਂ ਹਨ। ਇਹ ਕਿਉਂ? ਇਸ ਦਾ ਭਾਵ ਕਿ ਇਹਨਾਂ ਲੋਹੇ ਦੀਆਂ ਸਿਰਿਆਂ ਤੇ ਚੁੰਬਕੀ ਗੁਣ ਜ਼ਿਆਦਾ ਹੁੰਦਾ ਹੈ। ਇਸੇ ਕਰਕੇ ਇਹਨਾਂ ਨੂੰ ਧਰੁਵ ਕਿਹਾ ਜਾਂਦਾ ਹੈ। ਤੇ ਹੁਣ ਆਪਾਂ ਇਹ ਦੇਖਣਾ ਹੈ ਕਿ ਇਹ ਧਰੁਵ ਹੈ ਕਿਹੜਾ। ਅਗਰ ਤੁਸੀਂ ਇਸ ਚੁੰਬਕ ਨੂੰ ਸੁਤੰਤਰਤਾ ਪੂਰਵਕ ਲਟਕਾਓਗੇ ਤਾਂ ਇਹ ਭੂਗੋਲਿਕ ਦਿਸ਼ਾ ਵੱਲ, ਉੱਤਰ ਅਤੇ ਦੱਖਣ ਦੀ ਭੂਗੋਲਿਕ ਦਿਸ਼ਾ ਵੱਲ ਘੁੰਮ ਜਾਏਗਾ। ਚੁੰਬਕ ਦੀ ਜਿਹੜੀ ਦਿਸ਼ਾ ਉੱਤਰ ਵੱਲ ਹੋਏਗੀ ਉਹਨੂੰ ਅਸੀਂ ਉੱਤਰੀ ਧਰੁਵ ਕਵਾਂਗੇ। ਜਿਹੜੀ ਦਿਸ਼ਾ ਦੱਖਣ ਵੱਲ ਹੋਏਗੀ ਉਹਨੂੰ ਅਸੀਂ ਦੱਖਣੀ ਧਰੁਵ ਕਵਾਂਗੇ। ਬੱਚਿਓ, ਇਹੀ ਕਿਰਿਆ ਹੁਣ ਮੈਂ ਲੋਹੇ ਦੇ ਬੁਰਾਦੇ ਨਾਲ ਕਰਾਂਗੀ। ਤੁਸੀਂ ਦੇਖੋਗੇ ਕਿ ਅਗਰ ਮੈਂ ਇਸ ਚੁੰਬਕ ਨੂੰ ਲੋਹੇ ਦੇ ਬੁਰਾਦੇ ਦੇ ਉੱਪਰ ਰੱਖਦੀ ਹਾਂ ਤਾਂ ਲੋਹੇ ਦਾ ਬੁਰਾਦਾ ਜਿਹੜਾ ਹੈ ਉਹ ਸਿਰਫ ਤੇ ਸਿਰਫ ਧਰੁਵਾਂ ਦੇ ਉੱਤੇ ਜੁੜਿਆ ਹੈ। ਇਸ ਦਾ ਭਾਵ ਚੁੰਬਕ ਦਾ ਇੱਕ ਬਹੁਤ ਖਾਸ ਗੁਣ ਕਿ ਧਰੁਵਾਂ ਉੱਤੇ ਇਸ ਦਾ ਚੁੰਬਕੀ ਆਕਰਸ਼ਣ ਸਭ ਤੋਂ ਵੱਧ ਹੁੰਦਾ ਹੈ, ਉਸ ਨੂੰ ਇਹ ਚੰਗੀ ਤਰ੍ਹਾਂ ਦਰਸਾ ਰਿਹਾ ਹੈ। ਲੋਹੇ ਦਾ ਬੁਰਾਦਾ ਸਿਰਫ ਤੇ ਸਿਰਫ ਧਰੁਵਾਂ ਉੱਤੇ ਜ਼ਿਆਦਾ ਜੁੜਿਆ ਹੋਇਆ ਹੈ। ਇਸ ਦਾ ਭਾਵ ਚੁੰਬਕੀ ਗੁਣ, ਚੁੰਬਕੀ ਆਕਰਸ਼ਣ ਧਰੁਵਾਂ ਤੇ ਜ਼ਿਆਦਾ ਹੁੰਦਾ ਹੈ, ਬਾਕੀ ਜਿਹੜਾ ਹੈ ਚੁੰਬਕ ਦਾ ਹਿੱਸਾ ਉਹਦੇ ਤੇ ਘੱਟ ਹੁੰਦਾ ਹੈ। ਚੁੰਬਕਾਂ ਬਾਰੇ ਜਾਣਦੇ ਹਨ। ਚੁੰਬਕਾਂ ਦੇ ਉਪਯੋਗਾਂ ਦੇ ਬਾਰੇ ਵੀ ਅਨੇਕ ਰੋਚਕ ਕਹਾਣੀਆਂ ਬੱਚਿਓ ਤੁਸੀਂ ਸੁਣੀਆਂ ਹੋਣਗੀਆਂ। ਇਸ ਤਰ੍ਹਾਂ ਦੀ ਹੀ ਇੱਕ ਕਹਾਣੀ ਚੀਨ ਦੇ ਇੱਕ ਸਮਰਾਟ ਦੇ ਬਾਰੇ ਹੈ, ਜਿਸ ਦਾ ਨਾਮ ਹੁਆਂਗ ਟੀ ਸੀ। ਕਿਹਾ ਜਾਂਦਾ ਹੈ ਕਿ ਉਸ ਦੇ ਕੋਲ ਇੱਕ ਇਸ ਤਰ੍ਹਾਂ ਦਾ ਰੱਥ ਸੀ, ਜਿਸ ਵਿੱਚ ਇੱਕ ਮਹਿਲਾ ਦੀ ਮੂਰਤੀ ਸੀ। ਉਹ ਮੂਰਤੀ ਕਿਸੇ ਵੀ ਦਿਸ਼ਾ ਵਿੱਚ ਘੁੰਮ ਸਕਦੀ ਸੀ। ਉਸ ਦੀ ਇੱਕ ਫੈਲੀ ਹੋਈ ਬਾਂਹ ਸੀ, ਜਿਸ ਤਰ੍ਹਾਂ ਕਿ ਉਹ ਕੋਈ ਰਸਤਾ ਦਿਖਾ ਰਹੀ ਹੋਵੇ। ਮੂਰਤੀ ਵਿੱਚ ਇੱਕ ਅਨੋਖਾ ਗੁਣ ਸੀ। ਮੂਰਤੀ ਅਜਿਹੀ ਸਥਿਤੀ ਵਿੱਚ ਆ ਕੇ ਰੁਕਦੀ ਕਿ ਉਸ ਦੀ ਫੈਲੀ ਹੋਈ ਬਾਂਹ ਸਦਾ ਦੱਖਣ ਦੇ ਵੱਲ ਸੰਕੇਤ ਕਰਦੀ। ਸਮਰਾਟ ਜਦੋਂ ਵੀ ਇਸ ਰੱਥ ਤੋਂ ਕਿਸੇ ਨਵੇਂ ਸਥਾਨ ਤੇ ਜਾਂਦਾ, ਮੂਰਤੀ ਦੀ ਫੈਲੀ ਹੋਈ ਬਾਂਹ ਨੂੰ ਦੇਖ ਕੇ ਦਿਸ਼ਾ ਪਤਾ ਕਰ ਲਿਆ ਕਰਦਾ ਸੀ। ਬੱਚਿਓ, ਇਸ ਤਰ੍ਹਾਂ ਇਹ ਮੂਰਤੀ ਇੱਕ ਦਿਸ਼ਾ ਸੂਚਕ ਦਾ ਕੰਮ ਕਰਦੀ ਸੀ। ਆਓ ਆਪਾਂ ਵੀ ਇੱਕ ਦਿਸ਼ਾ ਸੂਚਕ ਬਣਾ ਕੇ ਵੇਖੀਏ। ਇਸ ਦੇ ਲਈ ਇੱਕ ਚੁੰਬਕ ਦੀ ਛੜ ਲਓ। ਹੁਣ ਇੱਕ ਧਾਗੇ ਨੂੰ ਚੁੰਬਕ ਦੇ ਮੱਧ ਬਿੰਦੂ ਨਾਲ ਬੰਨੋ।
ਜਿਸ ਨਾਲ ਇਹ ਲੱਕੜ ਦੇ ਸਟੈਂਡ ਤੇ ਸੁਤੰਤਰ ਰੂਪ ਵਿੱਚ ਲਟਕ ਸਕੇ। ਇਹ ਯਕੀਨੀ ਬਣਾਓ ਕਿ ਚੁੰਬਕ ਹਰੇਕ ਦਿਸ਼ਾ ਵਿੱਚ ਸੁਤੰਤਰਤਾ ਪੂਰਵਕ ਘੁੰਮ ਸਕੇ। ਇਸ ਨੂੰ ਵਿਰਾਮ ਅਵਸਥਾ ਵਿੱਚ ਆਉਣ ਦਿਓ। ਚੁੰਬਕ ਦੀ ਵਿਰਾਮ ਅਵਸਥਾ ਵਿੱਚ ਇਸ ਦੇ ਦੋਵੇਂ ਸਿਰਿਆਂ ਦੀ ਸਥਿਤੀ ਦਿਖਾਉਣ ਲਈ ਧਰਤੀ ਉੱਤੇ 2 ਬਿੰਦੂ ਅੰਕਿਤ ਕਰੋ। ਇਹਨਾਂ ਬਿੰਦੂਆਂ ਨੂੰ ਇੱਕ ਰੇਖਾ ਨਾਲ ਮਿਲਾਓ। ਇਹ ਰੇਖਾ ਉਸ ਦਿਸ਼ਾ ਨੂੰ ਦਰਸਾਉਂਦੀ ਹੈ ਜਿਸ ਦਿਸ਼ਾ ਵਿੱਚ ਚੁੰਬਕ ਆਪਣੀ ਵਿਰਾਮ ਅਵਸਥਾ ਦੀ ਸਥਿਤੀ ਵਿੱਚ ਆ ਕੇ ਰੁਕਦਾ ਹੈ। ਹੁਣ ਚੁੰਬਕ ਦੇ ਇੱਕ ਸਿਰੇ ਨੂੰ ਆਰਾਮ ਨਾਲ ਧੱਕਾ ਦੇ ਕੇ ਘੁਮਾਓ ਅਤੇ ਇਸ ਨੂੰ ਵਿਰਾਮ ਅਵਸਥਾ ਵਿੱਚ ਆਉਣ ਦਿਓ। ਵਿਰਾਮ ਅਵਸਥਾ ਵਿੱਚ ਇਸ ਦੇ ਸਿਰਿਆਂ ਦੀ ਸਥਿਤੀ ਨੂੰ ਦੁਬਾਰਾ ਅੰਕਿਤ ਕਰੋ। ਦੇਖੋ ਕਿ ਕੀ ਇਹ ਚੁੰਬਕ ਇੱਕ ਭਿੰਨ ਦਿਸ਼ਾ ਦਰਸਾਉਂਦਾ ਹੈ। ਹੁਣ ਚੁੰਬਕ ਨੂੰ ਇੱਕ ਦੂਸਰੀ ਦਿਸ਼ਾ ਵਿੱਚ ਘੁਮਾਓ ਅਤੇ ਇਸ ਦੇ ਵਿਰਾਮ ਅਵਸਥਾ ਵਿੱਚ ਆਉਣ ਵਾਲੀ ਅੰਤਿਮ ਦਿਸ਼ਾ ਨੂੰ ਨੋਟ ਕਰੋ। ਬੱਚਿਓ, ਤੁਸੀਂ ਦੇਖਿਆ ਕਿ ਵਿਰਾਮ ਅਵਸਥਾ ਵਿੱਚ ਚੁੰਬਕ ਸਦਾ ਇੱਕ ਹੀ ਦਿਸ਼ਾ ਵਿੱਚ ਰੁਕਦਾ ਹੈ। ਇਸ ਤੋਂ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਮਰਾਟ ਦੇ ਰੱਥ ਦੀ ਮੂਰਤੀ ਦਾ ਭੇਦ ਕੀ ਸੀ। ਅਸੀਂ ਦੇਖਿਆ ਕਿ ਸੁਤੰਤਰ ਲਟਕਿਆ ਹੋਇਆ ਚੁੰਬਕ ਸਦਾ ਇੱਕ ਨਿਸ਼ਚਿਤ ਦਿਸ਼ਾ ਵਿੱਚ ਵਿਰਾਮ ਅਵਸਥਾ ਵਿੱਚ ਆਉਂਦਾ ਹੈ, ਜੋ ਕਿ ਉੱਤਰ ਦੱਖਣ ਹੁੰਦੀ ਹੈ। ਬੱਚਿਓ, ਆਓ ਹੁਣ ਅਸੀਂ ਦੇਖਦੇ ਹਾਂ ਕਿ ਅਸੀਂ ਆਪਣਾ ਚੁੰਬਕ ਕਿਵੇਂ ਬਣਾ ਸਕਦੇ ਹਾਂ। ਇਹ ਸਿੱਖਣ ਲਈ ਅਸੀਂ ਇੱਕ ਕਿਰਿਆ ਕਰਾਂਗੇ। ਇਸ ਕਿਰਿਆ ਲਈ ਸਾਨੂੰ ਜਿਸ ਸਮੱਗਰੀ ਦੀ ਲੋੜ ਹੈ ਉਹ ਹੈ ਇੱਕ ਲੋਹੇ ਦੀ ਸੂਈ, ਛੜ ਚੁੰਬਕ ਅਤੇ ਕੁਝ ਲੋਹੇ ਦਾ ਬੁਰਾਦਾ। ਸੋ ਬੱਚਿਓ, ਆਓ ਇਸ ਕਿਰਿਆ ਨੂੰ ਸ਼ੁਰੂ ਕਰਦੇ ਹਾਂ ਅਤੇ ਅਸੀਂ ਦੇਖਦੇ ਹਾਂ ਕਿ ਇੱਕ ਲੋਹੇ ਦੀ ਸੂਈ ਨੂੰ, ਜੋ ਹੁਣ ਇੱਕ ਚੁੰਬਕ ਦੀ ਤਰ੍ਹਾਂ ਵਿਵਹਾਰ ਨਹੀਂ ਕਰਦੀ, ਉਹ ਚੁੰਬਕੀ ਗੁਣ ਪਾਉਣ ਤੋਂ ਬਾਅਦ ਕਿਸ ਤਰ੍ਹਾਂ ਇੱਕ ਚੁੰਬਕ ਬਣ ਜਾਏਗੀ। ਇਸ ਲਈ ਅਸੀਂ ਲੋਹੇ ਦੀ ਸੂਈ ਨੂੰ ਮੇਜ਼ ਉੱਤੇ ਰੱਖਦੇ ਹਾਂ ਅਤੇ ਛੜ ਚੁੰਬਕ ਨੂੰ ਲੋਹੇ ਦੀ ਸੂਈ ਉੱਪਰ ਰਗੜਨਾ ਸ਼ੁਰੂ ਕਰਦੇ ਹਾਂ। ਪਰ ਬੱਚਿਓ, ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਤੁਸੀਂ ਜਦੋਂ ਛੜ ਚੁੰਬਕ ਨੂੰ ਲੋਹੇ ਦੀ ਸੂਈ ਉੱਪਰ ਰਗੜਨਾ ਹੈ ਤਾਂ ਉਸ ਦੀ ਦਿਸ਼ਾ ਇੱਕੋ ਹੋਣੀ ਚਾਹੀਦੀ ਹੈ। ਭਾਵ, ਜੇਕਰ ਮੈਂ ਇਸ ਦਾ ਉੱਤਰੀ ਧਰੁਵ ਲੋਹੇ ਦੀ ਸੂਈ ਦੇ ਇੱਕ ਪਾਸੇ ਰੱਖਦੀ ਹਾਂ ਤਾਂ ਇਸ ਨੂੰ ਦੂਸਰੇ ਕੋਨੇ ਤੱਕ ਲੈ ਕੇ ਜਾਂਦੀ ਹਾਂ। ਦੂਸਰੇ ਕੋਨੇ ਤੇ ਪਹੁੰਚਣ ਤੋਂ ਬਾਅਦ ਅਸੀਂ ਛੜ ਚੁੰਬਕ ਨੂੰ ਚੱਕ ਲੈਣਾ ਹੈ ਔਰ ਦੁਬਾਰਾ ਪਹਿਲਾਂ ਦੀ ਤਰ੍ਹਾਂ ਉੱਤਰੀ ਧਰੁਵ ਨੂੰ ਪਹਿਲੇ ਸਿਰੇ ਵੱਲ ਲੈ ਜਾਣਾ ਹੈ। ਸੋ ਬੱਚਿਓ, ਜਦੋਂ ਅਸੀਂ ਇਸ ਤਰ੍ਹਾਂ ਲੋਹੇ ਦੀ ਸੂਈ ਉੱਪਰ ਧਰੁਵ ਨੂੰ ਘੁਮਾਉਂਦੇ ਹਾਂ ਤਾਂ ਇਸ ਵਿਧੀ ਨੂੰ ਘੱਟ ਤੋਂ ਘੱਟ 30 ਤੋਂ 40 ਵਾਰ ਦੁਹਰਾਉਣ ਨਾਲ ਸਾਡੀ ਲੋਹੇ ਦੀ ਸੂਈ ਚੁੰਬਕੀ ਬਣ ਜਾਂਦੀ ਹੈ। ਇਸ ਨੂੰ 30 ਤੋਂ 40 ਵਾਰ ਦੁਹਰਾਓ ਅਤੇ ਉਸ ਤੋਂ ਬਾਅਦ ਅਸੀਂ ਇਹ ਟੈਸਟ ਕਰਾਂਗੇ ਕਿ ਕੀ ਸਾਡੀ ਲੋਹੇ ਦੀ ਸੂਈ ਚੁੰਬਕ ਬਣ ਚੁੱਕੀ ਹੈ ਜਾਂ ਨਹੀਂ।
ਤੁਸੀਂ ਬੱਚਿਓ ਇਹ ਗੱਲ ਬਿਲਕੁਲ ਧਿਆਨ ਦੇਣੀ ਹੈ ਕਿ ਮੈਂ ਇੱਕ ਦੂਜੇ ਸਿਰੇ ਤੋਂ ਹਮੇਸ਼ਾ ਚੁੰਬਕ ਨੂੰ ਚੱਕ ਕੇ ਫਿਰ ਪਹਿਲੇ ਸਿਰੇ ਤੇ ਲੈ ਕੇ ਆਉਂਦੀ ਹਾਂ ਔਰ ਤੁਸੀਂ ਵਿੱਚ ਚੁੰਬਕ ਦਾ ਸਿਰਾ ਜਾਂ ਚੁੰਬਕ ਦਾ ਧਰੁਵ ਵੀ ਨਹੀਂ ਬਦਲਣਾ। ਭਾਵ ਜਿਸ ਧਰੁਵ ਤੋਂ ਤੁਸੀਂ ਸ਼ੁਰੂ ਕਰ ਰਹੇ ਹੋ ਉਸੇ ਧਰੁਵ ਤੋਂ ਇਸ ਨੂੰ ਰਗੜਦੇ ਰਹਿਣਾ ਹੈ। ਆਓ ਹੁਣ ਅਸੀਂ ਟੈਸਟ ਕਰਦੇ ਹਾਂ ਕਿ ਕੀ ਸਾਡੀ ਚੁੰਬਕੀ ਸੂਈ ਚੁੰਬਕ ਦੀ ਤਰ੍ਹਾਂ ਵਿਵਹਾਰ ਕਰਨ ਲੱਗ ਪਈ ਹੈ ਜਾਂ ਨਹੀਂ। ਇਸ ਨੂੰ ਟੈਸਟ ਕਰਨ ਲਈ ਮੈਂ ਇਸ ਸੂਈ ਨੂੰ ਲੋਹੇ ਦੇ ਬੁਰਾਦੇ ਉੱਪਰ ਰੱਖਾਂਗੀ। ਲੋਹੇ ਦੇ ਬੁਰਾਦੇ ਉੱਪਰ ਰੱਖਣ ਤੋਂ ਬਾਅਦ ਬੱਚਿਓ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਲੋਹੇ ਦੀ ਸੂਈ ਚੁੰਬਕੀ ਪਦਾਰਥ ਬਣ ਚੁੱਕੀ ਹੈ। ਇਹ ਕਿਵੇਂ ਅਸੀਂ ਪਤਾ ਕਰਿਆ? ਇਹ ਅਸੀਂ ਇਸ ਤਰ੍ਹਾਂ ਪਤਾ ਕਰਿਆ ਕਿ ਲੋਹੇ ਦੇ ਸੂਈ ਦੇ ਦੋਵੇਂ ਸਿਰੇ ਦੋ ਚੁੰਬਕ ਦੇ ਧਰੁਵਾਂ ਦੇ ਵਾਂਗ ਵਿਵਹਾਰ ਕਰ ਰਹੇ ਹਨ। ਇਸ ਬਾਰੇ ਤੁਸੀਂ ਪਹਿਲਾਂ ਕਿਰਿਆ ਵਿੱਚ ਦੇਖ ਚੁੱਕੇ ਹੋ ਕਿ ਚੁੰਬਕੀ ਪਦਾਰਥ ਜਿਹੜਾ ਹੁੰਦਾ ਹੈ ਉਹ ਹਮੇਸ਼ਾ ਚੁੰਬਕ ਦੇ ਉੱਪਰ ਉਸਦੇ ਦੋਨੋਂ ਧਰੁਵਾਂ ਉੱਤੇ ਚਿਪਕਦਾ ਹੈ। ਸੋ ਸਾਡੀ ਲੋਹੇ ਦੀ ਸੂਈ ਜਿਸ ਦੇ ਵਿੱਚ ਅਸੀਂ ਚੁੰਬਕੀ ਗੁਣ ਪਾਇਆ ਹੈ ਉਹਦੇ ਦੀ ਦੋ ਧਰੁਵਾਂ ਦੇ ਉੱਪਰ ਹੀ ਲੋਹਾ ਜਿਹੜਾ ਹੈ ਉਹ ਸਾਡਾ ਬੁਰਾਦਾ ਜੋ ਹੈ ਉਹ ਚਿਪਕ ਰਿਹਾ ਹੈ। ਸੋ ਬੱਚਿਓ ਇਸ ਤਰ੍ਹਾਂ ਅਸੀਂ ਆਪਣਾ ਚੁੰਬਕ ਖੁਦ ਤਿਆਰ ਕਰ ਸਕਦੇ ਹਾਂ। ਇਹ ਮੈਂ ਸਿਰਫ ਕਿਰਿਆ ਤੁਹਾਨੂੰ ਲੋਹੇ ਦੀ ਸੂਈ ਨਾਲ ਕਰਕੇ ਦਿਖਾਈ ਹੈ। ਤੁਸੀਂ ਖੁਦ ਆਪਣੇ ਆਪ ਇਸ ਨੂੰ ਕਿਸੇ ਵੀ ਲੋਹੇ ਦੇ ਆਇਤਾਕਾਰ ਟੁਕੜੇ ਨਾਲ ਖੁਦ ਦੁਹਰਾ ਕੇ ਦੇਖੋ ਅਤੇ ਆਪਣਾ ਚੁੰਬਕ ਖੁਦ ਤਿਆਰ ਕਰੋ। ਆਓ ਬੱਚਿਓ ਚੁੰਬਕਾਂ ਨਾਲ ਇੱਕ ਹੋਰ ਖੇਡ ਖੇਡੀਏ। ਦੋ ਛੋਟੀਆਂ ਖਿਡੌਣਾ ਕਾਰਾਂ ਲਓ ਅਤੇ ਉਹਨਾਂ ਉੱਤੇ A ਅਤੇ B ਅੰਕਿਤ ਕਰੋ। ਹਰੇਕ ਕਾਰ ਦੇ ਉੱਪਰ ਲੰਬਾਈ ਦੇ ਅਨੁਸਾਰ ਰਬੜ ਬੈਂਡ ਨਾਲ ਇੱਕ ਚੁੰਬਕ ਲਗਾਓ। ਚੁੰਬਕ ਦਾ ਦੱਖਣੀ ਧਰੁਵ ਦੋਨਾਂ ਕਾਰਾਂ ਦੇ ਪਿਛਲੇ ਭਾਗ ਵੱਲ ਰੱਖੋ। ਹੁਣ ਕਾਰ A ਨੂੰ ਕਾਰ B ਦੇ ਨੇੜੇ ਲੈ ਕੇ ਆਓ। ਅਸੀਂ ਵੇਖਦੇ ਹਾਂ ਕਿ ਕਾਰ B ਕਾਰ A ਤੋਂ ਦੂਰ ਚਲੀ ਜਾਵੇਗੀ। ਬੱਚਿਓ ਇਸ ਨੂੰ ਅਪਕਰਸ਼ਣ ਕਿਹਾ ਜਾਂਦਾ ਹੈ। ਹੁਣ ਕਾਰ A ਉੱਪਰ ਚੁੰਬਕ ਦਾ ਉੱਤਰੀ ਧਰੁਵ ਪਿਛਲੇ ਭਾਗ ਵੱਲ ਰੱਖੋ ਅਤੇ ਫਿਰ ਕਾਰ A ਨੂੰ ਕਾਰ B ਦੇ ਨੇੜੇ ਲੈ ਕੇ ਆਓ। ਤੁਸੀਂ ਵੇਖੋਗੇ ਕਿ ਕਾਰ B ਕਾਰ A ਵੱਲ ਆਕਰਸ਼ਿਤ ਹੋ ਜਾਂਦੀ ਹੈ। ਇਸ ਨੂੰ ਆਕਰਸ਼ਣ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਬੱਚਿਓ ਚੁੰਬਕ ਦੇ ਉੱਤਰ ਧਰੁਵ ਇੱਕ ਦੂਸਰੇ ਨੂੰ ਅਪਕਰਸ਼ਿਤ ਕਰਦੇ ਹਨ ਅਤੇ ਦੱਖਣ ਧਰੁਵ ਵੀ ਇੱਕ ਦੂਸਰੇ ਨੂੰ ਅਪਕਰਸ਼ਿਤ ਕਰਦੇ ਹਨ। ਪਰੰਤੂ ਦੋ ਚੁੰਬਕਾਂ ਦੇ ਉੱਤਰ ਦੱਖਣ ਧਰੁਵ ਇੱਕ ਦੂਸਰੇ ਨੂੰ ਆਕਰਸ਼ਿਤ ਕਰਦੇ ਹਨ।